सब्सक्राइब करें हमारा ऑफिशियल यूट्यूब चैनल और बेल आइकन दबाकर पाएं सभी नोटिफिकेशन। ਪੰਜਾਬ ਵਿਧਾਨ ਸਭਾ ਚੋਣਾਂ ਦਾ ਟਾਈਮ ਜਦੋਂ ਨੇੜੇ ਆਈ ਜਾ ਰਿਹਾ ਅਸੀਂ ਇਹ ਨੋਟਿਸ ਕਰ ਰਹੇ ਹਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ। ਹੁਣ ਅਸੀਂ ਅੱਜ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਨੇ 64 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 33 ਹੋਰ ਉਮੀਦਵਾਰਾਂ ਦੀ ਲਿਸਟ ਬਾਕੀ ਰਹਿ ਗਈ ਹੈ ਕਿਉਂਕਿ 20 ਸੀਟਾਂ ਦਾ ਇੱਕ ਜੋ ਸੀਟ ਸ਼ੇਅਰਿੰਗ ਹੈਗੀ ਉਹ BSP ਦੇ ਨਾਲ ਹੈ। ਹੁਣ ਅੱਗੇ ਸ਼੍ਰੋਮਣੀ ਅਕਾਲੀ ਦਲ ਦੀ ਕੀ ਰਣਨੀਤੀ ਰਹੇਗੀ, ਕਿਸ ਤਰ੍ਹਾਂ ਚੋਣ ਪ੍ਰਚਾਰ ਕੀਤਾ ਜਾਏਗਾ ਔਰ ਕਿਹੜੇ ਮਸਲਿਆਂ ਨੂੰ ਕਿਹੜੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਚਾਰ ਦੇ ਵਿੱਚ ਉਤਰੇਗਾ, ਇਸ ਬਾਰੇ ਗੱਲ ਕਰਨ ਦੇ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਫਾਰਮਰ ਕੈਬਨਿਟ ਮਿਨਿਸਟਰ ਡਾਕਟਰ ਦਲਜੀਤ ਸਿੰਘ ਚੀਮਾ ਜੀ ਸਾਡੇ ਨਾਲ ਮੌਜੂਦ ਨੇ। ਚੀਮਾ ਜੀ, MH1 ਪ੍ਰਾਈਮ ਦੇ ਇਸ ਇੰਟਰਵਿਊ 'ਚ ਤੁਹਾਡਾ ਬਹੁਤ ਸਵਾਗਤ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਚੀਮਾ ਸਾਹਿਬ, ਸਭ ਤੋਂ ਪਹਿਲਾਂ ਗੱਲ ਬੰਦੀ ਤੁਹਾਡੇ ਤੋਂ ਪੁੱਛਣੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਸੀਂ ਜਿੱਦਾਂ ਕਿਹਾ ਕਿ 64 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਅਸੀਂ ਦੇਖ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਤੋਂ ਬਾਅਦ ਇੱਕ ਸੀਟਾਂ ਨੂੰ ਅਨਾਉਂਸ ਕਰ ਰਿਹਾ ਆਪਣੇ ਕੈਂਡੀਡੇਟਾਂ ਦੀ ਲਿਸਟ। ਇਹ ਆਪਣੀ ਰਣਨੀਤੀ ਦਾ ਇੱਕ ਕੀ ਯੂਨੀਕਨੈਸ ਹੈ ਇਸ ਚੀਜ਼ ਦੀ, ਪਹਿਲਾਂ ਕਿਉਂ ਕਰ ਰਹੇ ਹੋ ਤੁਸੀਂ? ਦੇਖੋ, ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਰੀਜਨਲ ਪਾਰਟੀ ਔਰ ਸਾਡਾ ਇੱਕ ਕੰਮ ਕਰਨ ਦਾ ਆਪਣਾ ਢੰਗ ਤਰੀਕਾ ਹੈ ਕਿ ਹਮੇਸ਼ਾ ਹੀ ਅਸੀਂ ਜ਼ਮੀਨ ਦੇ ਉੱਤੇ ਵਰਕਰ ਦੇ ਲੋਕਾਂ ਦੇ ਨੇੜੇ ਹੋ ਕੇ ਵਿਚਰਦੇ ਹਾਂ। ਜੇ ਸਾਡੀ ਸਰਕਾਰ ਹੁੰਦੀ ਹੈ ਤਾਂ ਉਦੋਂ ਵੀ ਸੰਗਤ ਦਰਸ਼ਨ ਚੱਲਦੇ ਰਹਿੰਦੇ ਆ, ਸਾਰਾ ਦਿਨ ਵਰਕਰਾਂ ਦੇ ਵਿੱਚ ਲੋਕਾਂ ਦੇ ਵਿੱਚ ਮੁੱਖ ਮੰਤਰੀ ਤਾਂ ਆਪ ਵਿਚਰਦੇ ਆ ਅਤੇ ਆਪੋਜੀਸ਼ਨ ਦੇ ਵਿੱਚ ਵੀ ਅਸੀਂ 24 ਘੰਟੇ ਲੋਕਾਂ ਦੇ ਇਸ਼ੂਜ਼ ਨੂੰ ਲੈ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਵਾਸਤੇ ਲਗਾਤਾਰ ਜ਼ਮੀਨ ਦੇ ਉੱਤੇ ਜਿਹੜੀ ਆ ਉਹ ਹਮੇਸ਼ਾ ਕੰਮ ਕਰਦੇ। ਜੀ ਰੀਜਨਲ ਪਾਰਟੀ ਹੋਣ ਦਾ ਸਾਨੂੰ ਐਡਵਾਂਟੇਜ ਹੈ ਕਿ ਸਾਡੀ ਲੀਡਰਸ਼ਿਪ ਵੀ ਇੱਥੇ ਹੁੰਦੀ ਹੈ। ਡਾਇਰੈਕਟ ਲੀਡਰਸ਼ਿਪ ਜਿਹੜੀ ਹੈ ਡਿਸਟ੍ਰਿਕਟ ਤੋਂ ਲੈ ਕੇ ਹੇਠਾਂ ਸਰਕਲ ਪੱਧਰ ਤੱਕ ਸਾਰੇ ਵਰਕਰਾਂ ਨੂੰ ਵੀ ਜਾਣਦੀ ਹੁੰਦੀ ਹੈ। ਇਸ ਕਰਕੇ ਸਾਡਾ ਢੰਗ ਤਰੀਕਾ ਹੀ ਇੱਦਾਂ ਦਾ ਬਣ ਜਾਂਦਾ ਕਿ ਪਹਿਚਾਣ ਕਰਨ ਦੇ ਵਿੱਚ, ਸਿਲੈਕਸ਼ਨ ਕਰਨ ਦੇ ਵਿੱਚ ਪਾਰਟੀ ਨੂੰ ਕਦੀ ਬਹੁਤਾ ਟਾਈਮ ਨਹੀਂ ਲੱਗਦਾ। ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਨੇ, ਉਹਨਾਂ ਦੇ ਆਪਣੇ ਢੰਗ ਤਰੀਕੇ ਆ, ਕਿਉਂਕਿ ਕਦੀ ਇੱਥੇ ਲਿਸਟਾਂ ਬਣ ਗਈਆਂ, ਕਦੀ ਉੱਥੇ ਜਾਣਗੀਆਂ, ਕਈ ਮੀਟਿੰਗਾਂ ਹੋਣਗੀਆਂ, ਉਹਨਾਂ ਬਾਰੇ ਕੈਂਡੀਡੇਟਾਂ ਬਾਰੇ ਜਾ ਕੇ ਉਹਨਾਂ ਨੂੰ ਬਰੀਫ ਕਰਨਾ ਪੈਂਦਾ। ਪਰ ਸਾਡੀ ਕਿਉਂਕਿ ਡਾਇਰੈਕਟ ਲੀਡਰਸ਼ਿਪ ਜ਼ਮੀਨ ਨਾਲ ਜੁੜੀ ਹੁੰਦੀ ਹੈ, ਇਸ ਕਰਕੇ ਸਾਨੂੰ ਹਮੇਸ਼ਾ ਸੌਖਾ ਹੁੰਦਾ ਔਰ ਫੈਸਲੇ ਅਸੀਂ ਆਸਾਨੀ ਨਾਲ ਬਹੁਤ ਜਲਦੀ ਲੈਂਦੇ। ਅਸੀਂ ਪਿਛਲੇ ਚੋਣਾਂ ਦੇ ਮੁਕਾਬਲੇ ਦੇਖੀਏ ਤੇ ਕਾਫੀ ਕੁਝ ਚੇਂਜ ਹੋ ਗਿਆ ਹੈ। ਕਈ ਚਿਹਰੇ ਸੀਗੇ ਜਿਹੜੇ ਪ੍ਰੋਮੀਨੈਂਟ ਸੀਗੇ, ਤੁਹਾਨੂੰ ਪਾਰਟੀ ਨੂੰ ਛੱਡ ਕੇ ਚਲੇ ਗਏ। ਕਈ ਚਿਹਰੇ ਐਸੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਆ ਕੇ ਨਵਾਂ ਜੁਆਇਨ ਕੀਤਾ। ਇੱਕ ਪੂਰੀ ਰੀਸਟਰਕਚਰਿੰਗ ਹੋਈ ਹੈ ਪਾਰਟੀ ਦੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੋਂ ਤੱਕ ਪਾਰਟੀ ਦੇ ਵਿੱਚ ਲੀਡਰਸ਼ਿਪ ਦਾ ਸੰਬੰਧ ਹੈ, ਉਸ ਗੱਲ ਦਾ ਸਾਨੂੰ ਹਮੇਸ਼ਾ ਹੀ ਐਡਵਾਂਟੇਜ ਰਿਹਾ ਕਿ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਲੰਬਾ ਸਮਾਂ ਅਨਡਿਸਪਿਊਟਡ ਰਹੀ ਹੈ ਔਰ ਉਹਨਾਂ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ, ਅਤੇ ਅੱਜ ਵੀ ਸਾਡੀ ਪਾਰਟੀ ਦੇ ਵਿੱਚ ਲੀਡਰਸ਼ਿਪ ਨੂੰ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਨਹੀਂ। ਇੱਕ ਕਮਾਂਡ ਐਂਡ ਕੰਟਰੋਲ ਹੈ ਪ੍ਰਧਾਨ ਦਾ ਔਰ ਸਾਰੇ ਹੇਠਾਂ ਤੱਕ, ਚਾਹੇ ਸੀਨੀਅਰ ਲੀਡਰ ਵੀ ਪਾਰਟੀ ਦੇ ਵਿੱਚ ਨੇ, ਉਹਨਾਂ ਦੇ ਨਾਲ ਦੇ ਵੀ ਨੇ, ਹੇਠਾਂ ਵੀ ਨੇ, ਸਾਰੇ ਪ੍ਰਧਾਨ ਦੇ ਜਿਹੜੇ ਹਰ ਆਦੇਸ਼ ਨੂੰ, ਹਰ ਗੱਲ ਨੂੰ ਮੰਨਣ ਨੂੰ ਤਿਆਰ ਹੁੰਦੇ। ਇਸ ਕਰਕੇ ਕੋਈ ਲੀਡਰ ਇੱਕ ਦੋ ਚਲੇ ਜਾਣਾ ਇਹ ਕੋਈ ਪਾਰਟੀਆਂ ਵਾਸਤੇ ਨਵੀਂ ਗੱਲ ਨਹੀਂ। ਥੋੜ੍ਹੀ ਬਹੁਤੀ ਜਿਹੜੀ ਹੈ ਇਸ ਤਰ੍ਹਾਂ ਦੀ ਗੱਲ, ਨਾਰਾਜ਼ਗੀ ਹੋ ਜਾਣੀ, ਕੁਛ ਕਈਆਂ ਦੇ ਆਪਣੇ ਇੰਟਰਸਟ ਹੁੰਦੇ ਆ, ਇਹ ਹਮੇਸ਼ਾ ਪਾਰਟੀਆਂ ਦੇ ਵਿੱਚ ਕੁਛ ਨਾ ਕੁਛ ਤਾਂ ਹੋ ਜਾਂਦਾ। ਪਰ ਓਵਰਆਲ ਸਾਡੀ ਪਾਰਟੀ ਦਾ ਡਿਸਿਪਲਿਨ, ਪ੍ਰਧਾਨ ਦੀ ਜਿਹੜੀ ਅਥਾਰਟੀ ਹੈ, ਉਹਨੂੰ ਸਾਰੇ ਮੰਨ ਕੇ ਚੱਲਦੇ। ਅੱਛਾ, BJP ਦੇ ਨਾਲ ਜਿਹੜਾ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਪਹਿਲੀ ਵਾਰੀ ਪਾਰਟੀ ਆਪਣੇ ਲੈਵਲ 'ਤੇ, ਆਪਣੇ ਪੱਧਰ 'ਤੇ ਪੂਰੇ ਚੋਣਾਂ 117 ਸੀਟਾਂ ਦੇ ਉੱਤੇ ਉਤਰੇਗੀ। BSP ਦੇ ਨਾਲ ਤਾਂ ਤੁਸੀਂ ਸਮਝੌਤਾ ਕੀਤਾ ਹੀ ਹੈ, ਲੇਕਿਨ ਐਕਸੈਪਟ BJP ਮਾਈਨਸ BJP ਹੁਣ ਕੀ ਸਟ੍ਰੈਟਜੀ ਹੈ? ਦੇਖੋ, ਜਿਹੜਾ ਬਹੁਜਨ ਸਮਾਜ ਪਾਰਟੀ ਦਾ ਅਤੇ ਸਾਡਾ ਇਹ ਸਮਝੌਤਾ ਬਹੁਤ ਹੀ ਇੱਕ ਸਿਧਾਂਤਕ ਸਮਝੌਤਾ। BJP ਨਾਲ ਵੀ ਇੱਕ ਅਲੱਗ ਤਰ੍ਹਾਂ ਦੀ ਸਾਂਝ ਸੀ। ਉਸ ਸਾਂਝ ਨੇ ਪੰਜਾਬ ਦੇ ਵਿੱਚ ਅਮਨ ਵਾਸਤੇ, ਸ਼ਾਂਤੀ ਵਾਸਤੇ ਔਰ ਜਿਹੜੇ ਮੁਸ਼ਕਲ ਹਾਲਾਤ ਦੇ ਵਿੱਚੋਂ ਪੰਜਾਬ ਨਿਕਲਿਆ ਸੀ, ਜਿਹੜੀ ਬੜਾ ਕੁਝ ਪੰਜਾਬ ਦੇ ਵਿੱਚ ਧਰਮਾਂ ਦੇ ਆਧਾਰ 'ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਹੋਈ ਸੀ, ਉਹਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਔਰ ਸਾਰਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋਣ ਦੇ ਵਿੱਚ ਉਸ ਗੱਠਜੋੜ ਦਾ ਵੀ ਬਹੁਤ ਵੱਡਾ ਇਤਿਹਾਸਕ ਰੋਲ ਹੈ। ਪਰ ਇਹ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਗੁਰਦੁਆਰਾ ਸੁਧਾਰ ਲਹਿਰ 'ਚੋਂ ਪੈਦਾ ਹੋਇਆ ਔਰ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸਥਾਪਨਾ ਬਾਬੂ ਕਾਂਸ਼ੀ ਰਾਮ ਜੀ ਨੇ, ਜਿਹੜੇ ਹੈ ਅਨੰਦਪੁਰ ਸਾਹਿਬ ਦੇ ਬਿਲਕੁਲ ਨੇੜੇ ਹੀ ਉਹਨਾਂ ਦਾ ਪਿੰਡ ਹੈ ਆਪਣਾ ਖਾਸਪੁਰਾ, ਇਸ ਪੰਜਾਬ ਦੀ ਗੁਰੂਆਂ ਦੀ ਧਰਤੀ ਤੋਂ ਕੀਤੀ ਸੀ ਔਰ ਉਹਨਾਂ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਂਝੀਵਾਲਤਾ ਦਾ ਸੰਦੇਸ਼ ਹੈ, ਜਾਤ ਪਾਤ, ਊਚ ਨੀਚ ਅਤੇ ਰਹਿਤ ਸਮਾਜ ਦੀ ਸਿਰਜਣਾ, ਉਹਨੂੰ ਆਧਾਰ ਮੰਨ ਕੇ ਇਹ ਪਾਰਟੀ ਜਿਹੜੀ ਆ ਉਹ ਬਣਾਈ ਸੀ। ਇਸ ਕਰਕੇ ਸਿਧਾਂਤਕ ਤੌਰ ਦੇ ਉੱਤੇ ਸਾਡੀ ਇਹਨਾਂ ਨਾਲ ਇਸ ਪੱਖ ਤੋਂ ਬਹੁਤ ਵੱਡੀ ਨੇੜਤਾ ਔਰ 1996 ਦੇ ਵਿੱਚ ਸਾਡਾ ਸਮਝੌਤਾ ਹੋਇਆ ਸੀ
ਔਰ ਨਤੀਜਾ ਅੱਜ ਤੱਕ ਸਾਰਿਆਂ ਨੂੰ ਯਾਦ ਹੈ ਕਿ 13 ਦੇ ਵਿੱਚੋਂ 11 ਸੀਟਾਂ ਅਸੀਂ ਜਿੱਤੀਆਂ ਸੀ। ਬਾਬੂ ਕਾਂਸ਼ੀ ਰਾਮ ਆਪ ਉਦੋਂ ਹੁਸ਼ਿਆਰਪੁਰ ਤੋਂ MP ਬਣ ਕੇ ਗਏ ਸੀ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਉਦੋਂ ਪਹਿਲੀ ਵਾਰੀ ਜਿਹੜੇ ਹੈਗਾ ਪਾਰਲੀਮੈਂਟ ਦੇ ਵਿੱਚ ਚੁਣੇ ਗਏ ਸੀ। ਇਸ ਕਰਕੇ ਬਹੁਤ ਪੁਰਾਣੀ ਸਾਂਝ ਹੈ। ਕਿਸੇ ਕਾਰਨ ਉਹ ਸਾਂਝ ਉਸ ਵੇਲੇ ਅੱਗੇ ਕੰਟੀਨਿਊ ਨਹੀਂ ਰਹਿ ਸਕੀ, ਕਈ ਵਾਰੀ ਡਿਵੈਲਪਮੈਂਟਸ ਹੋ ਜਾਂਦੀਆਂ। ਫਿਰ 97 ਚ BJP ਨਾਲ ਹੋ ਗਿਆ। ਉਸ ਤੋਂ ਬਾਅਦ ਕਈ ਵਾਰੀ ਕੋਸ਼ਿਸ਼ ਵੀ ਹੋਈ, ਲੇਕਿਨ ਸਾਡੇ ਕੋਲ ਸੀਟਾਂ ਦੇਣ ਵਾਸਤੇ ਵੀ ਨਹੀਂ ਸੀ, ਕਿਉਂਕਿ 23 ਸੀਟਾਂ BJP ਕੋਲ ਚਲੀ ਜਾਂਦੀਆਂ ਸੀ। ਇਸ ਕਰਕੇ ਹੁਣ ਜੇ ਥੋੜ੍ਹਾ ਜਿਹਾ ਗੈਪ ਪਿਆ ਤੇ ਨਾਲ ਦੀ ਨਾਲ ਉਹ ਸਾਂਝ ਜਿਹੜੀ ਹੈ ਇੱਕਦਮ ਫਿਰ ਇਹ ਕਹਿ ਸਕਦੇ ਕਿ ਇਕੁਏਸ਼ਨ ਚੇਂਜ ਹੋਈ ਹੈ, ਲੇਕਿਨ ਸਟ੍ਰੈਟਜੀ ਹੋਈ ਰਹਿਣ ਵਾਲੀ ਪਾਰਟੀ ਦੀ। ਹਾਂ, ਬਿਲਕੁਲ ਬਿਲਕੁਲ ਬੜੀ ਅੱਛੀ ਇਹਨਾਂ ਦੇ ਵਰਕਰਾਂ ਦੀ, ਸਾਡੇ ਵਰਕਰਾਂ ਦੀ, ਕਿਉਂਕਿ ਇਹ ਵੀ ਜ਼ਮੀਨ ਨਾਲ ਜੁੜੇ ਹੇਠਾਂ ਤੱਕ ਕੰਮ ਕਰਨ ਵਾਲੇ ਵਰਕਰ ਹੈ। ਔਰ ਸਾਡਾ ਵੀ ਵਰਕਰ ਬਹੁਤ ਜਿਹੜਾ ਮਿਹਨਤੀ ਹੈ। ਕਿਸਾਨ ਤੇ ਖੇਤ ਮਜ਼ਦੂਰ ਦੀ ਜਿੱਦਾਂ ਸਾਂਝ ਹੁੰਦੀ ਹੈ, ਉਹ ਸਾਂਝ ਪਾਰਟੀਆਂ ਦੇ ਇਸ ਕਲਚਰ ਦੇ ਵਿੱਚ ਵੀ ਰਿਫਲੈਕਟ ਹੁੰਦੀ ਹੈ। ਤੁਸੀਂ ਇੱਕ ਸੀਜ਼ਨ ਪੋਲੀਟੀਸ਼ੀਅਨ ਹੋ, ਤੁਸੀਂ ਇੰਨੇ ਸਾਰੇ ਇਲੈਕਸ਼ਨਸ ਦੇਖੇ ਹੈ, ਇੰਨਾ ਤੁਹਾਡਾ ਸਿਆਸੀ ਐਕਸਪੀਰੀਅੰਸ ਹੈ। ਜਿਹੜੇ ਹੁਣ 2022 ਦੇ ਇਲੈਕਸ਼ਨ ਹੋਣ ਵਾਲੇ ਹੈ, ਇਹ ਪਿਛਲੇ ਕਿਸੇ ਵੀ ਵਿਧਾਨ ਸਭਾ ਚੋਣਾਂ ਤੋਂ ਤੁਸੀਂ ਕਿੰਨੇ ਅਲੱਗਾ, ਕਿੰਨੇ ਇੰਪੋਰਟੈਂਟ ਮੰਨਦੇ ਹੋ, ਪਾਰਟੀ ਵਾਸਤੇ ਵੀ, ਆਪਣੇ ਪਰਸਨਲ ਲੈਵਲ ਵਾਸਤੇ ਵੀ? ਦੇਖੋ, ਇਸ ਵਾਰੀ ਪਾਰਟੀਆਂ ਨੂੰ ਕ੍ਰੈਡੀਬਿਲਿਟੀ ਕ੍ਰਾਈਸਿਸ ਜਿਹੜੀ ਹੈ ਉਹਦਾ ਸਾਹਮਣਾ ਕਰਨਾ ਪੈਣਾ, ਕਿਉਂਕਿ ਇਹ ਨਹੀਂ ਮੈਂ ਕਹਿੰਦਾ ਕੋਈ ਵੀ ਪਾਰਟੀ ਆਉਂਦੀ ਹੈ ਆਪਣਾ ਮੈਨੀਫੈਸਟੋ ਜਾਰੀ ਕਰਦੀ ਹੈ, ਮੈਨੀਫੈਸਟੋ ਦੇ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ। ਕੋਈ ਵੀ ਸਰਕਾਰ ਬਣੇ 100% ਮੈਨੀਫੈਸਟੋ ਕੋਈ ਪਾਰਟੀ ਇੰਪਲੀਮੈਂਟ ਨਹੀਂ ਕਰ ਪਾਉਂਦੀ, ਲੇਕਿਨ ਕੋਸ਼ਿਸ਼ ਹੁੰਦੀ ਹੈ ਪਾਰਟੀਆਂ ਦੀ ਕਿ ਵੱਧ ਤੋਂ ਵੱਧ ਅਸੀਂ ਕਰੀਏ। ਪਰ ਪਿਛਲੀ ਵਾਰੀ ਕਿਉਂਕਿ 10 ਸਾਲ ਸਾਡੀ ਲਗਾਤਾਰ ਸਰਕਾਰ ਚੱਲੀ, ਆਪਣੇ ਆਪ 'ਚ ਪੰਜਾਬ 'ਚ ਪਹਿਲੀ ਵਾਰੀ ਹੋਇਆ ਸੀ ਕਿ ਕੋਈ ਸਰਕਾਰ ਰਿਪੀਟ ਕੀਤੀ। 10 ਸਾਲ ਦੇ ਉਸ ਪੀਰੀਅਡ ਦੇ ਵਿੱਚ ਸਾਡੀਆਂ ਆਪੋਜੀਸ਼ਨ ਪਾਰਟੀਆਂ ਦਾ, ਉਸ ਵੇਲੇ ਕਾਂਗਰਸ ਸੀ, ਨਾਲ ਨਵੀਂ ਆਮ ਆਦਮੀ ਪਾਰਟੀ ਆ ਗਈ, ਇਹਨਾਂ ਦੀ ਇੰਨੀ ਰੈਸਲੈਸਨੈਸ ਹੋ ਗਈ ਕਿ ਇਹਨਾਂ ਨੇ ਸੋਚਿਆ ਕਿ ਜੇ ਹੁਣ ਤੀਜੀ ਵਾਰੀ ਵੀ ਸਾਡੀ ਸਰਕਾਰ ਨਾ ਬਣੀ ਤੇ ਫਿਰ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਖਤਮ ਹੋ ਜਾਵਾਂਗੇ। ਇਸ ਲਈ ਜੋ ਵਾਅਦੇ ਉਸ ਵੇਲੇ ਇਹਨਾਂ ਨੇ ਕਰ ਲਏ ਉਹ ਕਿਤੇ ਵੀ ਪ੍ਰੈਕਟੀਕਲੀ ਪੋਸੀਬਲ ਨਹੀਂ ਸੀ, ਔਰ ਵਾਅਦੇ ਲੋਕਾਂ ਨੂੰ ਜਚਾਉਣ ਵਾਸਤੇ ਜੋ ਇਹਨਾਂ ਨੇ ਢੰਗ ਤਰੀਕੇ ਵਰਤ ਲਏ ਕਿ ਇਹਨਾਂ ਨੇ ਗੁਟਕਾ ਸਾਹਿਬ ਫੜ ਕੇ ਕਸਮਾਂ ਖਾ ਲਈਆਂ, ਕੇਜਰੀਵਾਲ ਨੇ ਘਰ ਘਰ ਜਾ ਕੇ ਫਾਰਮ ਭਰਵਾ ਲਏ ਕਿ ਸਾਰਿਆਂ ਨੂੰ ਨੌਕਰੀ ਦਿਆਂਗੇ, ਕੈਪਟਨ ਸਾਹਿਬ ਨੇ ਕਿਹਾ ਸਾਰਿਆਂ ਦੇ ਕਰਜ਼ੇ ਮਾਫ ਕਰਾਂਗੇ, 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਲਾਂਗੇ। ਇਸ ਕਰਕੇ ਉਸ ਵੇਲੇ ਜਨਤਾ ਨੂੰ ਇਹਨਾਂ ਨੇ ਇਸ ਤਰੀਕੇ ਜਚਾਇਆ, ਬੜੇ ਨਸ਼ਿਆਂ ਦੇ ਇਸ਼ੂ, ਬੜੀ ਐਲੀਗੇਸ਼ਨ ਲੀਡਰਾਂ ਦੇ ਉੱਤੇ ਲਾਈ, ਹੋਰ ਕਈ ਤਰ੍ਹਾਂ ਦੇ ਧਾਰਮਿਕ ਇਸ਼ੂ ਬਣਾਏ। ਇਸ ਕਰਕੇ ਇੰਨਾ ਕੁਛ ਜ਼ਿਆਦਾ ਕਹਿ ਗਏ ਕਿ ਸਾਨੂੰ ਤੇ ਬਤੌਰ ਪੁਰਾਣੀ ਪਾਰਟੀ ਪਤਾ ਸੀ ਕਿ ਚੀਜ਼ਾਂ ਸੰਭਵ ਨਹੀਂ ਹੈ, ਨਹੀਂ ਤਾਂ ਅਸੀਂ ਵੀ ਇਸ ਰੇਸ 'ਚ ਸ਼ਾਮਲ ਹੁੰਦੇ। ਪਰ ਹੁਣ ਉਸ ਗੱਲ ਨੇ ਇਹਨਾਂ ਪਾਰਟੀਆਂ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਲੋਕਾਂ ਦੀ ਨਜ਼ਰਾਂ 'ਚ ਖਤਮ ਕਰ ਦਿੱਤੀ। ਪਹਿਲੀ ਵਾਰੀ ਹੈ ਕਿ ਇੰਨੀ ਜ਼ਿਆਦਾ ਕ੍ਰੈਡੀਬਿਲਿਟੀ ਖਤਮ ਹੋ ਗਈ ਕਿ ਇੰਨੇ ਡੈਸਪਰੇਟ ਸੀ ਕਾਂਗਰਸ ਪਾਰਟੀ, ਸਾਰੇ MLA ਜਿਹੜੇ 24 ਘੰਟੇ ਮਿਨਿਸਟਰ ਜਿਹੜੇ ਆ ਮੁੱਖ ਮੰਤਰੀ ਸਾਹਿਬ ਦੇ ਨਾਲ ਬੈਠਣ ਵਾਲੇ, ਉਹ ਵੀ ਦਿੱਲੀ ਜਾ ਕੇ ਬਹਿ ਗਏ ਕਿ ਇਸ ਚੀਫ ਮਿਨਿਸਟਰ ਦੇ ਅੰਡਰ ਅਸੀਂ ਲੋਕਾਂ 'ਚ ਨਹੀਂ ਜਾ ਸਕਦੇ। ਇਹ ਐਡਮਿਸ਼ਨ ਹੈ ਕਿ 100% ਫੇਲ ਹੈ ਸਿਸਟਮ, ਨੌਨ ਪਰਫਾਰਮੈਂਸ ਹੈ 100%। ਇਹ ਸਾਰਾ ਕੁਝ ਜੋ ਦਿੱਲੀ ਇਹਨਾਂ ਨੇ ਡਰਾਮਾ 3 ਦਿਨ ਕੀਤਾ, ਇਹ ਉਹਦੀ ਆਪਣੇ ਆਪ 'ਚ ਐਡਮਿਸ਼ਨ ਹੈ ਕਿ ਬਹੁਤ ਬੁਰੀ ਤਰ੍ਹਾਂ ਪਰਫਾਰਮ ਕਰਨ ਦੇ ਵਿੱਚ ਸਰਕਾਰ ਫੇਲ ਹੋਈ। ਇਸੇ ਤਰ੍ਹਾਂ ਕੇਜਰੀਵਾਲ, ਉਹਨੇ ਬੜੀਆਂ ਵੱਡੀਆਂ ਐਲੀਗੇਸ਼ਨ ਲੀਡਰਾਂ 'ਤੇ ਲਾਤੀਆਂ ਕਿ ਨਸ਼ਿਆਂ ਦੀਆਂ, ਸਮਗਲਰਾਂ ਦੀਆਂ, ਦੂਜਿਆਂ ਦੀਆਂ। ਜਦੋਂ ਕੋਰਟ ਦੇ ਵਿੱਚ ਲੈ ਕੇ ਗਏ ਤਾਂ ਬਿਲਕੁਲ ਹੀ ਫਲੈਟ ਹੋ ਗਿਆ। ਰਿਟਰਨ ਅਪੋਲੋਜੀ ਚੀਫ ਮਿਨਿਸਟਰ ਦੀ ਕਿਸੇ ਦੀ ਸਾਡੇ ਕੋਲ ਹੈ, ਜਿਹੜੀ ਲੋਕਾਂ ਨੂੰ ਹੁਣ ਦਿਖਾਈ ਜਾਏਗੀ ਕਿ ਕਦੀ ਇੱਦਾਂ ਵੀ ਹੋ ਸਕਦਾ ਕਿ ਕਿਸੇ ਸਟੇਟ ਦਾ ਇੱਕ ਚੀਫ ਮਿਨਿਸਟਰ ਰਿਟਰਨ ਕੋਰਟ 'ਚ ਮਾਫੀ ਮੰਗ ਰਿਹਾ ਕਿ ਮੈਂ ਗਲਤ ਐਲੀਗੇਸ਼ਨ ਲਗਾਈ ਇਲੈਕਸ਼ਨ ਦੇ ਟਾਈਮ 'ਤੇ ਮੈਂ ਮਾਫੀ ਮੰਗਦਾ, ਮੇਰੇ ਕੋਲ ਕੋਈ ਸਬੂਤ ਨਹੀਂ ਹੈ। ਇਸ ਕਰਕੇ ਬੜੀ ਵੱਡੀ ਕ੍ਰੈਡੀਬਿਲਿਟੀ ਕ੍ਰਾਈਸਿਸ ਜਿਹੜੀ ਹੈ ਨਾ ਉਹ ਖੜੀ ਹੋ ਗਈ। ਇਹ ਪਹਿਲਾਂ ਇਸ ਲੈਵਲ ਦੇ ਉੱਤੇ ਪਾਰਟੀਆਂ ਨੂੰ ਕ੍ਰੈਡੀਬਿਲਿਟੀ ਦੀ ਦਿੱਕਤ ਜਿਹੜੀ ਹੈ ਉਹ ਨਹੀਂ ਆਈ, ਜਿਹੜੀ ਇਤਿਹਾਸ 'ਚ ਪਹਿਲੀ ਵਾਰੀ ਆਉਣੀ। ਇਹ ਗੱਲ ਤੇ ਮੰਨਣ ਵਾਲੀ ਹੈ ਕਿ ਜਿਹੜੀਆਂ ਪੰਜਾਬ ਦੇ ਵਿਧਾਨ ਸਭਾ ਚੋਣਾਂ ਉਹ ਸਾਰੀਆਂ ਸਿਆਸੀ ਪਾਰਟੀਆਂ ਵਾਸਤੇ ਕਾਫੀ ਅਹਿਮ ਨੇ। ਅਸੀਂ ਦੇਖਾਂਗੇ ਕਾਫੀ ਸਾਰੇ ਮੁੱਦੇ ਵੀ ਪਾਰਟੀਆਂ ਚੁੱਕਣਗੀਆਂ। ਇੱਕ ਕਿਸਾਨੀ ਦਾ ਮੁੱਦਾ ਅਸੀਂ ਦੇਖ ਰਹੇ ਹਾਂ ਜਿਹੜਾ ਅੱਜ ਦੀ ਡੇਟ 'ਚ ਬਹੁਤ ਅਹਿਮ ਹੈ। ਅਸੀਂ ਇਹ ਮੰਨਦੇ ਹਾਂ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਉਹਦਾ ਇੱਕ ਵੱਡਾ ਕਿਰਦਾਰ ਰਹਿਣ ਵਾਲਾ ਹੈ ਕਿਸਾਨੀ ਦੇ ਮੁੱਦੇ ਦਾ। ਕਿਸਾਨੀ ਦੇ ਮੁੱਦੇ ਨੂੰ ਲੈ ਕੇ ਇੱਕ ਲੇਟੈਸਟ ਡਿਵੈਲਪਮੈਂਟ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਜੋ ਬੋਲਿਆ, ਉਸ ਬਾਰੇ ਕੀ ਪ੍ਰਤੀਕਰਮ ਦੇਣਾ ਚਾਹੋਗੇ? ਦੇਖੋ, ਗੱਲ ਇਹ ਹੈ ਕਿ ਕਿਸਾਨੀ ਹਮੇਸ਼ਾ ਹੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਔਰ ਹਮੇਸ਼ਾ ਹੀ ਇਲੈਕਸ਼ਨ ਦਾ ਮੁੱਦਾ ਰਿਹਾ। ਔਰ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਹੁਣ ਤੱਕ ਜੇ ਪੰਜਾਬ 'ਚ ਕਿਸਾਨੀ ਵਾਸਤੇ ਕੋਈ ਵੱਡੇ ਫੈਸਲੇ ਲਏ ਆ, ਅੱਜ ਜੋ ਮਾਰਕੀਟਿੰਗ ਸਿਸਟਮ ਪੰਜਾਬ ਦੇ ਵਿੱਚ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ, ਜਿਹਨੂੰ ਸਾਰਾ ਦੇਸ਼ ਮੰਨਦਾ ਕਿ ਇੰਨਾ ਅੱਛਾ ਮਾਰਕੀਟਿੰਗ ਸਿਸਟਮ ਕਿਤੇ ਨਹੀਂ ਹੈ। ਜੇ ਟਿਊਬਲਾਂ ਦੇ ਬਿੱਲ ਮਾਫ ਕੀਤੇ ਉਹ ਸਾਡਾ, ਜੇ ਟਰੈਕਟਰਾਂ ਦੇ ਟੈਕਸ ਮਾਫ ਕੀਤੇ ਹੋਏ ਆ ਉਹ ਸਾਡੇ, ਜੇ ਕੋਆਪਰੇਟਿਵ ਮੂਵਮੈਂਟ ਨੂੰ ਸਟਰੈਂਥਨ ਕੀਤਾ ਹੋਇਆ ਤੇ ਅਸੀਂ ਕੀਤਾ ਹੋਇਆ। ਇਸ ਕਰਕੇ ਕਿਸਾਨੀ ਵਾਸਤੇ ਬੜਾ ਕੁਛ ਹੈ ਜਿਹੜਾ ਲੋਕੀ ਮੰਨਦੇ ਆ ਕਿ ਬਾਦਲ ਸਾਹਿਬ ਨੇ
ਜੇ ਨੈਸ਼ਨਲ ਲੈਵਲ ਦੇ ਉੱਤੇ ਵੀ ਫਾਈਟ ਕਿਸਾਨੀ ਦੇ ਕਾਜ ਵਾਸਤੇ, ਚਾਹੇ ਐਮਐਸਪੀ ਵਾਸਤੇ, ਚਾਹੇ ਕਿਸੇ ਹੋਰ ਦਿੱਕਤ ਵਾਸਤੇ ਕਿਸੇ ਤੇ ਕੀਤੀ ਹੈ, ਤੇ ਦੇਸ਼ ਦੇ ਜਿਹੜੇ 3-4 ਮੋਹਰੀ ਲੀਡਰ ਹੁੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਰਹੇ। ਪਰ ਹੁਣ ਜੋ ਇਸ ਵੇਲੇ ਜਿਹੜੇ 3 ਕਾਨੂੰਨਾਂ ਤੋਂ ਬਾਅਦ ਜੋ ਕੁਝ 1 ਸਾਲ ਪੰਜਾਬ ਦੇ ਵਿੱਚ ਵਾਪਰਿਆ, ਪਹਿਲਾਂ ਤਾਂ ਮੈਂ ਹੈਰਾਨ ਸੀ, ਮੁੱਖ ਮੰਤਰੀ ਸਾਹਿਬ ਪਹਿਲੀ ਵਾਰੀ ਹੁਣ ਪੰਜਾਬ ਗਏ ਆ ਤੇ ਉਹਨਾਂ ਨੂੰ ਉੱਥੇ ਕਹਿਣਾ ਪਿਆ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਜਿਹੜੀ ਗੱਲ ਅਸੀਂ ਆਲ ਪਾਰਟੀ ਮੀਟਿੰਗ ਦੇ ਵਿੱਚ ਬਹੁਤ ਸਮਾਂ ਪਹਿਲਾਂ ਕਹੀ ਸੀ ਕਿ ਦੇਖੋ ਪੰਜਾਬ ਦੇ ਵਿੱਚੋਂ ਅੰਦੋਲਨ ਸ਼ੁਰੂ ਹੋਇਆ ਔਰ ਪੰਜਾਬ ਦੇ ਉੱਤੇ ਇਹਦਾ ਸਭ ਤੋਂ ਵੱਧ ਇਫੈਕਟ ਹੈ, ਉਸ ਤੋਂ ਬਾਅਦ ਹਰਿਆਣੇ ਤੇ ਹੋਇਆ, ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਸਾਰੀਆਂ ਪਾਰਟੀਆਂ ਤੁਹਾਡੇ ਪਿੱਛੇ ਖੜੀਆਂ ਨੇ, ਤੁਸੀਂ ਮੁੱਖ ਮੰਤਰੀ, ਤੁਸੀਂ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਲਓ ਤੇ ਸਾਨੂੰ ਜਾ ਕੇ ਵਿੱਚ ਪੈ ਕੇ ਇਹਨਾਂ ਦਾ ਮਸਲਾ ਨਿਬੇੜਨਾ ਚਾਹੀਦਾ, ਕਿਉਂਕਿ ਕੁਐਸਚਨ ਨੂੰ ਤਾਂ ਪਹਿਲ ਕਰਨੀ ਪਏਗੀ, ਸਾਨੂੰ ਇਫੈਕਟ ਕਰਦਾ ਸੀ ਜ਼ਿਆਦਾ। ਤੇ ਸਾਡੇ ਮੁੱਖ ਮੰਤਰੀ ਨੂੰ ਤਾਂ ਨੀਂਦ ਨਹੀਂ ਆਉਣੀ ਚਾਹੀਦੀ ਸੀ ਕਿ ਰੋਜ਼ ਪ੍ਰਾਈਮ ਮਿਨਿਸਟਰ ਕੋਲ ਜਾਓ, ਐਗਰੀਕਲਚਰ ਮਿਨਿਸਟਰ ਕੋਲ ਜਾਓ ਕਿ ਐਡਾ ਵੱਡਾ ਐਜੀਟੇਸ਼ਨ ਹੈ, ਸਾਡੀ ਗੱਲ ਸੁਣੋ, ਇਹਨਾਂ ਦੀ ਗੱਲ ਸੁਣੋ, ਬਿਠਾਓ, ਕੋਈ ਨਾ ਕੋਈ ਮੀਡੀਏਟਰ ਪਵੇ। ਉਹ ਸਰਕਾਰ ਤੋਂ ਬੈਟਰ ਕੋਈ ਮੀਡੀਏਟਰ ਹੋ ਨਹੀਂ ਸਕਦਾ। ਪਰ ਇਹਨਾਂ ਨੇ ਜੋ ਉਸ ਵੇਲੇ ਆਰਾਮ ਫਰਮਾਨ ਦੀ ਜੋ ਇਹਨਾਂ ਦੀ ਆਪਣੀ ਸੀਗੀ ਆਦਤ ਕਿ ਇੱਕ ਦਿਨ ਬਾਹਰ ਨਹੀਂ ਨਿਕਲੇ, ਤੇ ਅੱਜ ਇਹਨਾਂ ਨੂੰ ਸਾਲ ਬਾਅਦ ਲੱਗਦਾ ਜਦੋਂ ਲਾ ਐਂਡ ਆਰਡਰ ਜਿਹੜੀ ਹੈ ਪੰਜਾਬ ਦੀ ਜਿਹੜੀ ਹੈ ਕਲੈਪਸ ਕਰ ਗਈ ਹੈ, ਤੇ ਹੁਣ ਇਹ ਕਹਿਣ ਲੱਗਿਆ ਕਿ ਇਹ ਪੰਜਾਬ ਦਾ ਇੰਨਾ ਨੁਕਸਾਨ ਹੋ ਗਿਆ ਤੇ ਤੁਸੀਂ ਦਿੱਲੀ ਜਾਓ। ਪਰ ਮੈਂ ਗੱਲ ਕਰਨਾ ਚਾਹਾਂਗਾ ਨਵਜੋਤ ਸਿੰਘ ਸਿੱਧੂ ਨੇ ਜੋ ਐਲੀਗੇਸ਼ਨਸ ਲਗਾਏ ਨੇ, ਅੱਜ ਪ੍ਰੈਸ ਕਾਨਫਰੰਸ ਉਹਨਾਂ ਨੇ ਚੰਡੀਗੜ੍ਹ 'ਚ ਕੀਤੀ ਹੈ, ਇਸ ਬਾਰੇ ਕੀ ਪ੍ਰਤੀਕਰਮ ਦੇਣਾ ਚਾਹੋ? ਨਵਜੋਤ ਸਿੰਘ ਸਿੱਧੂ ਤਾਂ ਐਂ ਲੱਗਦਾ ਕਿ ਜਿਵੇਂ ਬੰਦਾ ਗੂੜੀ ਨੀਂਦ ਤੋਂ ਦੇਰ ਬਾਅਦ ਉੱਠਿਆ ਤੇ ਅਚਾਨਕ ਬੋਲਣਾ ਸ਼ੁਰੂ ਹੋ ਗਿਆ। ਉਹਨੂੰ ਪਤਾ ਹੀ ਨਹੀਂ ਕਿ ਅੱਜ ਜਿਹੜੀ ਪ੍ਰੀਲਿਮਿਨਰੀ ਡਿਸਕਸ਼ਨ ਉਹਨਾਂ ਨੇ ਬਿੱਲਾਂ ਦੇ ਉੱਤੇ ਸ਼ੁਰੂ ਕੀਤੀ ਹੈ, ਇਹ ਅੱਜ ਤੋਂ ਜਿਹੜੀ ਹੈ 9 ਮਹੀਨੇ ਪਹਿਲਾਂ ਹੋ ਕੇ ਖਤਮ ਹੋ ਗਈ ਸੀ, ਤੇ ਇੱਕ ਕੰਸੈਂਸਸ ਬਣ ਗਿਆ ਸੀ। ਜਦੋਂ ਜਥੇਬੰਦੀਆਂ ਨਾਲ ਅਸੀਂ ਵੀ ਮੀਟਿੰਗਾਂ ਕੀਤੀਆਂ, ਡਿਬੇਟ ਹੋਈਆਂ, ਟੈਲੀਵਿਜ਼ਨਾਂ ਤੇ ਹੋਈਆਂ, ਦੋਨਾਂ ਪਾਸੇ ਦੇ ਪੱਖ ਆਏ ਤੇ ਅਲਟੀਮੇਟਲੀ ਇੱਕ ਫਾਈਨਲ ਜਿਹੜਾ ਨਿਕਲਿਆ ਕਿ ਇਹ 3 ਕਾਨੂੰਨ ਰੱਦ ਹੋਣੇ ਚਾਹੀਦੇ। ਅੱਜ ਉਸ ਮੁੱਦੇ ਦੇ ਉੱਤੇ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਜਿਹੜਾ ਬਹਿਸ ਕਰਨੀ ਸ਼ੁਰੂ ਕੀਤੀ ਕਿ ਇਹ ਐਕਟ ਇੱਥੋਂ ਖਰਾਬ ਹੈ, ਇੱਥੋਂ ਖਰਾਬ ਹੈ, ਇੱਥੋਂ ਖਰਾਬ ਹੈ। ਇਹ ਤਾਂ 9 ਮਹੀਨੇ ਪਹਿਲਾਂ ਡਿਬੇਟ ਸਾਰੀ ਫਾਈਨਲ ਹੋ ਚੁੱਕੀ ਹੈ ਕਿ ਇੱਕ ਰਾਏ ਬਣ ਗਈ ਸੀ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ, ਕਿਉਂਕਿ ਮੈਜੋਰਟੀ ਜਿਹੜੀ ਦੇਸ਼ ਦੇ ਵਿੱਚ ਕਿਸਾਨੀ ਜਿਹੜੀ ਹੈ ਇਹਨੂੰ ਨਹੀਂ ਬਣਦੀ। ਦੂਜਾ, ਅੱਜ ਮੈਂ ਹੈਰਾਨ ਸੀ ਕਿ 2013 ਦਾ ਜਿਹੜਾ ਸਾਡਾ ਉਸ ਵੇਲੇ ਦਾ ਪਾਸ ਕੀਤਾ ਹੋਇਆ ਜਿਹੜਾ ਕੰਟਰੈਕਟ ਐਕਟ, ਉਹਦੇ 'ਤੇ ਬੜੇ ਵੱਡੇ ਕੁਐਸਚਨ ਚੁੱਕ ਰਹੇ ਸੀ। ਜੇ ਉਹ ਘਰ ਸਾਡੀ ਡਾਕਟਰ ਭੈਣ ਨਵਜੋਤ ਕੌਰ ਸਿੱਧੂ ਨਾਲ ਸਲਾਹ ਕਰ ਲੈਂਦੇ, ਉਸ ਵੇਲੇ ਉਹ ਸਾਡੀ ਚੀਫ ਪਾਰਲੀਮੈਂਟਰੀ ਸੈਕਟਰੀ ਸੀ ਜਦੋਂ ਅਸੀਂ ਇਹ ਕਾਨੂੰਨ ਬਣਾਇਆ। ਵਿਧਾਨ ਸਭਾ ਦੇ ਵਿੱਚ ਸਾਡੇ ਨਾਲ ਬੈਠਦੇ ਸੀ, ਬੀਜੇਪੀ ਦੇ ਐਮਐਲਏ ਸੀ, ਤੇ ਉਹਨਾਂ ਨੂੰ ਪੁੱਛ ਲੈਂਦੇ ਵੀ ਉਦੋਂ ਕਾਂਗਰਸ ਵਾਲਿਆਂ ਨੇ ਕਿਸੇ ਨੇ ਆਬਜੈਕਸ਼ਨ ਕੀਤਾ ਸੀ। ਔਰ ਦੂਜੀ ਗੱਲ ਕਿ 5 ਸਾਲ ਇਹਨਾਂ ਦਾ ਰਾਜ ਰਹਿ ਗਿਆ, ਵਿੱਚ ਮੰਤਰੀ ਵੀ ਰਹੇ, ਐਮਐਲਏ ਤੇ ਹਮੇਸ਼ਾ ਹੀ ਨੇ, ਹੁਣ ਪ੍ਰਧਾਨ ਵੀ ਨੇ, ਸਾਰੇ ਸੈਸ਼ਨ ਅਸੈਂਬਲੀ ਦੇ ਨਿਕਲ ਗਏ। ਜੇ 2013 ਦਾ ਐਕਟ ਉਹਦੇ ਵਿੱਚ ਕੋਈ ਖਰਾਬੀ ਸੀ ਤੇ ਤੁਸੀਂ ਉਹਨੂੰ ਅਮੈਂਡ ਕਿਉਂ ਨਹੀਂ ਕੀਤਾ, ਤੁਸੀਂ ਉਹਨੂੰ ਰੱਦ ਕਿਉਂ ਨਹੀਂ ਕੀਤਾ? ਸਿਰਫ ਤਮਾਸ਼ਾ ਦੇਖਣ ਵਾਸਤੇ ਰੱਖਿਆ ਹੋਇਆ ਵੀ ਇਹ ਮੈਂ ਪ੍ਰੈਸ ਕਾਨਫਰੰਸ ਕਰਾਂਗਾ। ਤੁਸੀਂ ਪਾਰਟੀ ਦੇ ਪ੍ਰਧਾਨ ਹੋ, ਜਵਾਬ ਦਿਓ ਪੰਜਾਬ ਦੇ ਲੋਕਾਂ ਨੂੰ ਕਿ ਜੇ ਤੁਸੀਂ ਕਹਿੰਦੇ ਕਿ ਜਿਹੜਾ ਅਕਾਲੀ ਦਲ ਦੇ ਬੀਜੇਪੀ ਦੇ ਟਾਈਮ ਦੇ ਉੱਤੇ 2013 'ਚ ਕੰਟਰੈਕਟ ਐਕਟ ਬਣਿਆ ਸੀ ਉਹਦੇ 'ਚ ਖਾਮੀ ਸੀ, ਤੇ ਤੁਸੀਂ ਇਹ ਸਾਜ਼ਿਸ਼ ਕਿਉਂ ਰਚੀ ਕਿ ਤੁਸੀਂ ਸਾਰੇ ਹੀ ਅਸੈਂਬਲੀ ਦੇ ਸੈਸ਼ਨ ਕੱਢ ਦਿੱਤੇ, ਹੁਣ ਤਾਂ ਲਾਸਟ ਸੈਸ਼ਨ ਵੀ ਚਲਾ ਗਿਆ ਤੇ ਤੁਸੀਂ ਮੂੰਹ ਨਹੀਂ ਖੋਲ੍ਹਿਆ ਕਿ ਤੁਸੀਂ ਇਸ ਕੰਮ ਵਾਸਤੇ ਪ੍ਰੈਸ ਕਾਨਫਰੰਸ ਵਾਸਤੇ ਰੱਖਿਆ ਸੀ? ਇਸ ਗੱਲ ਦਾ ਜਵਾਬ ਹੈ ਨਵਜੋਤ ਸਿੰਘ ਸਿੱਧੂ ਕੋਲ। ਔਰ ਦੂਜੇ, ਉਹਨਾਂ ਨੂੰ ਉਦਾਹਰਨ ਦੇਣੀ ਚਾਹੀਦੀ ਸੀ ਵੀ ਹੁਣ ਤੱਕ ਇਸ ਐਕਟ ਨਾਲ ਕੀ ਨੁਕਸਾਨ ਹੋਇਆ ਕਿਸਾਨੀ ਨੂੰ। ਕੋਈ ਸਟੱਡੀ ਵੀ ਹੁੰਦੀ ਹੈ ਨਾ, ਰੂਲਿੰਗ ਪਾਰਟੀ ਹੈ ਤੇ 8 ਸਾਲ ਐਕਟ ਚੱਲ ਗਿਆ, ਤੇ ਇਹਨਾਂ ਨੂੰ ਤਾਂ ਉੱਥੇ ਅੰਕੜੇ ਕੋ ਪੇਸ਼ ਕਰਨੇ ਚਾਹੀਦੇ ਸੀ ਵੀ ਇਹਦੇ ਨਾਲ ਕੀ ਨੁਕਸਾਨ ਹੋ ਗਿਆ। ਔਰ ਮੈਨੂੰ ਯਾਦ ਹੈ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਹਾਊਸ ਦੇ ਵਿੱਚ ਕਿਹਾ ਸੀ, ਜਦੋਂ ਅਸੀਂ 3 ਕਾਨੂੰਨ ਰੱਦ ਕਰਨ ਨੂੰ ਕਿਹਾ ਸੀ, ਇਹ ਕਹਿੰਦੇ ਸੀ 2013 ਦਾ ਕੰਟਰੈਕਟ ਫਾਰਮਿੰਗ ਐਕਟ ਤੁਹਾਡੇ ਟਾਈਮ ਤੇ ਬਣਿਆ, ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਸਾਨੂੰ ਕੋਈ ਇਤਰਾਜ਼ ਨਹੀਂ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਲਿਆਓ ਨਾਲ, ਉਹ ਵੀ ਸਾਡੇ ਕੋਲ ਰੱਦ ਕਰਾਓ। ਜੇ ਤੁਹਾਨੂੰ ਲੱਗਦਾ ਕਿ ਉਹ ਕਿਸਾਨੀ ਦੇ ਕਿਸੇ ਤਰੀਕੇ ਹੱਕ ਦੇ ਵਿੱਚ ਨਹੀਂ ਹੈ ਤੇ ਲਿਆਓ, ਅਸੀਂ ਉਹ ਵੀ ਨਾਲ ਹੀ ਰੱਦ ਕਰਦੇ ਹਾਂ। ਤੇ ਅਸੀਂ ਤਾਂ ਕਹਿ ਦਿੱਤਾ, ਤੇ ਅੱਜ ਅਚਾਨਕ ਸੁੱਤਿਆਂ ਉੱਠ ਕੇ ਨਵਜੋਤ ਸਿੰਘ ਸਿੱਧੂ 2013 ਦਾ ਐਕਟ ਦੀ ਗੱਲ ਕਰ ਰਹੇ ਆ, ਇਹਨਾਂ ਦੀ ਗੱਲ ਕਰ ਰਹੇ, ਜਿਹੜੀ ਅਸਲੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ, ਜਿਹੜੀ ਉਹਨਾਂ ਨੂੰ ਸੂਟ ਕਰਦੀ ਸੀ, ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਵਿਰੋਧੀ ਨੇ, ਜਿਹੜੀ ਉਹਨਾਂ ਨੂੰ ਸੂਟ ਕਰਦੀ ਸੀ ਕਿ 2017 ਦੇ ਵਿੱਚ ਜਿਹੜੀਆਂ 4 ਅਮੈਂਡਮੈਂਟਸ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀਆਂ APMC ਐਕਟ ਦੇ ਵਿੱਚ, ਉਹ ਇਹ ਸੀ ਕਿ ਕੋਈ ਵੀ ਡਾਇਰੈਕਟ ਮੰਡੀ, ਪ੍ਰਾਈਵੇਟ ਮੰਡੀ ਖੋਲ੍ਹਣਾ ਚਾਹੇ ਖੋਲ੍ਹ ਸਕਦਾ, ਕੋਈ ਵੀ ਕਿਸਾਨਾਂ ਕੋਲੋਂ ਡਾਇਰੈਕਟ ਖਰੀਦ ਕਰਨਾ ਚਾਹੇ ਕਰ ਸਕਦਾ, ਕੋਈ ਵੀ ਟ੍ਰੇਡਿੰਗ ਪਲੇਟਫਾਰਮ ਸ਼ੁਰੂ ਕਰਨਾ ਚਾਹੇ ਕਰ ਸਕਦਾ, ਤੇ ਇੱਕੋ ਲਾਇਸੈਂਸ ਲੈ ਕੇ ਤੁਸੀਂ ਸਾਰੇ ਪੰਜਾਬ ਦੇ ਵਿੱਚ ਆੜਤ ਦਾ ਕੰਮ ਕਰ ਸਕਦੇ। ਤੇ ਇਹ ਉਹੀ ਹੈ ਜੋ ਕਾਲੇ ਕਾਨੂੰਨ ਹੈ। ਪਰ ਉਹਨਾਂ ਦੀ ਹਿੰਮਤ ਨਹੀਂ ਪਈ ਇਹਨੂੰ ਚੈਲੰਜ ਕਰਨ ਦੀ, ਕਿਉਂਕਿ ਸੋਨੀਆ ਗਾਂਧੀ ਦਾ ਜਿਹੜਾ 2019 ਦਾ ਮੈਨੀਫੈਸਟੋ ਹੈ,
ਉਹ APMC ਐਕਟ ਖਤਮ ਕਰਨ ਦੀ ਗੱਲ ਕਰਦਾ। ਉਹਦੇ ਵਿੱਚ ਲਿਖਿਆ ਹੋਇਆ ਕਿ ਜੇ ਸਾਡੀ ਸਰਕਾਰ ਬਣੀ ਨੈਸ਼ਨਲ ਲੈਵਲ ਤੇ ਅਸੀਂ ਜਿਹੜਾ APMC ਐਕਟ ਹੈ ਖਤਮ ਕਰਾਂਗੇ। ਉਸੇ ਹੀ ਐਕਟ ਜਿਹੜਾ ਮੈਨੀਫੈਸਟੋ ਦੇ ਵਿੱਚ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਵੀ ਜਿਹੜਾ ਉਹ ਖਤਮ ਕਰਨ ਦੀ ਗੱਲ ਕੀਤੀ ਹੋਈ। ਇਸ ਕਰਕੇ ਪੰਜਾਬੀ 'ਚ ਕਹਿੰਦੇ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ। ਹੁਣ ਸਿੱਧੂ ਸਾਹਿਬ ਅਟੈਕ ਤਾਂ ਕਰ ਸਕਦੇ ਸੀ ਅੱਜ ਕੈਪਟਨ ਸਾਹਿਬ ਤੇ, ਪਰ ਉੱਤੋਂ ਜਿਹੜੇ ਜਿਨ੍ਹਾਂ ਦੇ ਸਹਾਰੇ ਬਣ ਕੇ ਆਏ ਆ ਪ੍ਰਧਾਨ, ਉਹਨਾਂ ਦਾ ਮੈਨੀਫੈਸਟੋ ਨਜ਼ਰ ਆਉਂਦਾ ਸੀ। ਇਸ ਕਰਕੇ ਉਹਨਾਂ ਨੇ ਇੰਨਾ ਕੁਝ ਬੋਲਿਆ। ਇਹ ਉਹਨਾਂ ਦੀ ਕੁਆਲਿਟੀ ਹੈ ਕਿ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਤਰਕ ਤੋਂ ਉਹ ਪ੍ਰੈਸ ਕਾਨਫਰੰਸ ਕਰ ਸਕਦੇ। ਪਰ ਮੈਨੂੰ ਹੈਰਾਨੀ ਸੀ ਕਿ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਸ ਇਸ਼ੂ 'ਤੇ ਜਿਹੜਾ 9 ਮਹੀਨੇ ਪਹਿਲਾਂ ਸੀਲ ਹੋ ਚੁੱਕਿਆ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ। ਅੱਛਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸਾਨੀ ਮੁੱਦਾ ਬੜਾ ਅਹਿਮ ਰਹਿਣ ਵਾਲਾ ਹੈ, ਲੇਕਿਨ ਇੱਕ ਪਾਸੇ ਸਾਰੀ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ, ਕਿਸਾਨ ਦੇ ਸੰਗਠਨਾਂ ਨੂੰ, ਕਿਸਾਨਾਂ ਨੂੰ, ਸਭ ਨੂੰ ਇੱਕ ਵਾਅਦਾ ਕਰ ਦਿੱਤਾ ਕਿ ਅਸੀਂ ਸਿਆਸੀ ਰੈਲੀਆਂ ਨਹੀਂ ਕਰਾਂਗੇ, ਅਸੀਂ ਸਿਆਸੀ ਪ੍ਰਚਾਰ ਨਹੀਂ ਕਰਾਂਗੇ। ਜਿੱਦਾਂ ਉਹਨਾਂ ਨੇ ਕਚਹਿਰੀ ਲਾਈ ਤੇ ਸਾਰੀ ਪਾਰਟੀਆਂ ਦੇ ਆਗੂ ਉੱਥੇ ਗਏ, ਆਪਣੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੀ ਉੱਥੇ ਗਏ ਤੁਹਾਡੇ। ਤੇ ਹੁਣ ਜਿਸ ਤਰ੍ਹਾਂ ਤੁਸੀਂ ਜੇ ਹੁਣ ਜਨਤਾ ਦੇ ਵਿੱਚ ਵਿਚਰੋਗੇ ਨਹੀਂ, ਲੋਕਾਂ ਨਾਲ ਮਿਲੋਗੇ ਨਹੀਂ, ਕਿਸ ਤਰ੍ਹਾਂ ਹੁਣ ਆਪਣੇ ਨਵੇਂ ਪ੍ਰੋਗਰਾਮਾਂ ਨੂੰ ਨਵੇਂ ਸਿਰੋਂ ਕਿਸ ਤਰ੍ਹਾਂ ਉਡੀਕ ਰਹੇ ਹੋ ਤੁਸੀਂ? ਨਹੀਂ ਦੇਖੋ, ਅਸੀਂ ਉੱਥੇ ਕੋਈ ਵਾਅਦਾ ਨਹੀਂ ਸੀ ਕੀਤਾ। ਅਸੀਂ ਉਹਨਾਂ ਨੂੰ ਚਿੱਠੀ ਲਿਖੀ ਸੀ ਕਿ ਜਿਸ ਤਰੀਕੇ ਪੰਜਾਬ ਸਾਰੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਗਏ ਸੀ, ਉਹਨਾਂ ਵੱਲੋਂ ਤੇ ਇਹੀ ਅਪੀਲ ਹੈ ਸਾਰੀ ਪਾਰਟੀਆਂ ਨੂੰ ਕਿ ਤੁਸੀਂ ਘੱਟ। ਮੈਂ ਦੱਸਦਾ ਨਾ, ਸਾਡੀ ਚਿੱਠੀ ਦੇ ਉੱਤੇ ਮੀਟਿੰਗ ਹੋਈ ਕਿਉਂਕਿ ਜਿਹੜੀ ਖਾਨਾ ਜੰਗੀ ਪੰਜਾਬ ਦੇ ਵਿੱਚ ਸ਼ੁਰੂ ਹੋਈ ਸੀ ਕਿ ਕੋਈ ਪਾਰਟੀ ਰੈਲੀ ਕਰ ਰਹੀ ਹੈ, ਵਿੱਚ ਜਿਹੜੇ ਕੁਝ ਸ਼ਰਾਰਤੀ ਲੋਕ ਆ ਕੇ ਰੈਲੀ ਨੂੰ ਡਿਸਟਰਬ ਕਰ ਰਹੇ ਆ, ਉੱਥੇ ਮਾਹੌਲ ਖਰਾਬ ਹੋ ਰਿਹਾ, ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਹੋ ਰਹੀ ਹੈ। ਤੇ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਸੀ ਬੜੇ ਦਰਦ ਦੇ ਨਾਲ ਕਿ ਇਹ ਚੀਜ਼ ਪੰਜਾਬ 'ਚ ਖਾਨਾ ਜੰਗੀ ਕਰਾ ਦੀ, ਕਿ ਕੁਝ ਤਾਕਤਾਂ, ਕੇਂਦਰ ਸਰਕਾਰ ਵੀ ਇੰਟਰਸਟਡ ਹੈ, ਸੂਬੇ ਦੀ ਸਰਕਾਰ ਵੀ ਇੰਟਰਸਟਡ ਹੈ, ਏਜੰਸੀਆਂ ਵੀ ਇੰਟਰਸਟਡ ਹੈ ਕਿ ਪੰਜਾਬ ਦੇ ਵਿੱਚ ਭਰਾ ਭਰਾ ਨੂੰ ਲੜਾ ਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤੇ ਅੰਦੋਲਨ ਨੂੰ ਕੁਚਲਿਆ ਜਾਵੇ। ਔਰ ਇੱਥੇ ਜਿਵੇਂ 1992 ਦੇ ਵਿੱਚ ਆਪਣੀ ਮਨਮਰਜ਼ੀ ਦੀ ਬੇਅੰਤ ਸਿੰਘ ਦੀ ਸਰਕਾਰ ਕਾਇਮ ਕੀਤੀ ਸੀ, ਉਸ ਤਰ੍ਹਾਂ ਦੀ ਡੰਮੀ ਸਰਕਾਰ ਜਿਹੜੀ ਹੈ BJP ਜਿਹੜੀ ਹੈ ਉਹ ਕਾਇਮ ਕਰਨਾ ਚਾਹੁੰਦੀ ਹੈ। ਤੇ ਇਹ ਸਾਡੀ ਚਿੰਤਾ ਹੈ ਤੇ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ। ਆ ਮਾਹੌਲ ਜਿਹੜਾ ਨੁਕਸਾਨ ਕਰ ਰਿਹਾ ਤੁਹਾਡੇ ਅੰਦੋਲਨ। ਉਹਨਾਂ ਨੇ ਸਾਡੀ ਚਿੱਠੀ ਦੇ ਉੱਤੇ ਫਿਰ ਸਾਰੀਆਂ ਪਾਰਟੀਆਂ ਨੂੰ ਬੁਲਾ ਲਿਆ। ਮੈਂ ਤਾਂ ਸਾਡੇ ਨਾਲ ਗੱਲ ਕਰਨੀ ਚਾਹੀਦੀ ਸੀ, ਚਲੋ ਸਾਰੀਆਂ ਨੂੰ ਬੁਲਾ ਲਿਆ। ਉੱਥੇ ਵੀ ਅਸੀਂ ਇਹਨਾਂ ਨੂੰ ਇਹ ਗੱਲ ਬੜੀ ਸਪਸ਼ਟ ਤਰੀਕੇ ਨਾਲ ਕਹੀ ਸੀ ਕਿ ਇਹ ਜਿਹੜਾ ਅੰਦੋਲਨ ਹੈ ਤੁਹਾਡਾ, ਇਹ ਨੈਸ਼ਨਲ ਲੈਵਲ ਤੇ ਪਹਿਲੀ ਵਾਰੀ ਹੈ ਕਿ ਕਿਸਾਨੀ ਦਾ ਅੰਦੋਲਨ ਸਾਰੇ ਵਰਗਾਂ ਨੇ ਸਪੋਰਟ ਕੀਤਾ, ਨੈਸ਼ਨਲ ਇਸ਼ੂ ਬਣਿਆ। ਪਰ BJP ਹਾਲੇ ਤੱਕ ਕਹਿ ਰਹੀ ਹੈ ਕਿ ਇਹ ਸਿਰਫ ਪੰਜਾਬ ਦੇ ਔਰ ਹਰਿਆਣੇ ਦੇ 2 ਜ਼ਿਲ੍ਹਿਆਂ ਦੇ ਝਗੜਾ, ਬਾਕੀ ਦੇਸ਼ ਇਹਦੇ ਨਾਲ ਸਹਿਮਤ ਨਹੀਂ ਹੈ। ਹੁਣ ਤੁਸੀਂ ਇਸ ਅੰਦੋਲਨ ਨੂੰ ਪੰਜਾਬ ਤੱਕ ਸੀਮਿਤ ਕਰ ਰਹੇ ਹੋ ਕਿਉਂਕਿ UP ਦੇ ਵਿੱਚ ਇਲੈਕਸ਼ਨ ਹੈ, ਉੱਥੇ ਕੋਈ ਰੌਲਾ ਨਹੀਂ। ਉੱਤਰਾਂਚਲ ਦੇ ਵਿੱਚ ਇਲੈਕਸ਼ਨ ਹੈ, ਉੱਥੇ ਕੋਈ ਰੌਲਾ ਨਹੀਂ। 2 ਸਟੇਟਾਂ ਦੇ ਵਿੱਚ ਹੋਰ ਇਲੈਕਸ਼ਨ ਹੈ, ਉੱਥੇ ਕੋਈ ਰੌਲਾ ਨਹੀਂ। ਤੇ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਪੋਲੀਟੀਕਲ ਐਕਟੀਵਿਟੀ ਬੰਦ ਕਰ ਦੇ। ਇਹੀ ਤਾਂ BJP ਚਾਹੁੰਦੀ ਹੈ, ਇਹੀ ਤਾਂ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਨੂੰ ਕਹਿਣ ਦਾ ਮੌਕਾ ਮਿਲੇ ਕਿ ਪੰਜਾਬ ਬਹੁਤ ਡਿਸਟਰਬ ਹੋ ਗਿਆ, ਇੱਥੇ ਜਿਹੜੇ ਰਾਸ਼ਟਰਪਤੀ ਰਾਜ ਦੀ ਲੋੜ ਹੈ ਵੀ ਤੁਸੀਂ ਤਾਂ ਉਹਨਾਂ ਦੀ ਗੱਲ ਨੂੰ ਸੱਚਾ ਕਰ ਰਹੇ ਹੋ। ਇਸ ਕਰਕੇ ਇਹ ਨਾ ਕਰੋ। ਦੂਜਾ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਪੋਲੀਟੀਕਲ ਪਾਰਟੀਆਂ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਦੀਆਂ। ਇਸ ਕਰਕੇ ਮੁਲਾਜ਼ਮਾਂ ਦੇ ਇੰਨੇ ਐਜੀਟੇਸ਼ਨ ਹੋ ਰਿਹਾ, ਦਲਿਤ ਵਰਗ ਦੇ ਇੰਨੇ ਐਜੀਟੇਸ਼ਨ ਹੋ ਰਹੇ, ਸਟੂਡੈਂਟਸ ਦੇ ਆ, ਇੰਡਸਟਰੀ ਦੀਆਂ ਸਮੱਸਿਆਵਾਂ ਆ ਤੇ ਵਪਾਰੀ ਦੀ ਸਮੱਸਿਆ, ਪੋਲੀਟੀਕਲ ਪਾਰਟੀਆਂ ਨੇ ਸਾਰਿਆਂ ਦਾ ਦੇਖਣਾ ਹੁੰਦਾ। ਵੀ ਇਹ ਸੰਭਵ ਨਹੀਂ ਹੈ ਕਿ ਤੁਸੀਂ ਕਹੋ ਕਿ ਇੱਕ ਵਰਗ ਦਾ ਅੰਦੋਲਨ ਚੱਲ ਰਿਹਾ ਔਰ ਦੂਜੇ ਸਾਰਿਆਂ ਦੀ ਗੱਲ ਨਾ ਸੁਣੀ ਜਾਵੇ। ਸਾਡੀ ਮਜਬੂਰੀ ਹੈ ਅਸੀਂ ਸਾਰਿਆਂ ਦੀ ਗੱਲ ਸੁਣਾ। ਤੀਜਾ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਡੇ ਸਾਹਮਣੇ 3 ਸਰਕਾਰਾਂ ਨੇ। ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਹੈ, ਦਿੱਲੀ ਕੇਜਰੀਵਾਲ ਦੀ ਹੈ, ਆਮ ਆਦਮੀ ਪਾਰਟੀ ਦੀ, ਨੈਸ਼ਨਲ ਲੈਵਲ ਦੇ ਉੱਤੇ BJP ਦੀ ਸਰਕਾਰ ਹੈ। ਸਰਕਾਰਾਂ ਦੀ ਐਕਟੀਵਿਟੀ ਤਾਂ ਸਰਕਾਰੀ ਕੰਮਾਂ ਨਾਲ ਚੱਲੀ ਜਾਂਦੀ, ਰੋਜ਼ ਉਦਘਾਟਨ ਹੋ ਰਹੇ, ਨੀਂਹ ਪੱਥਰ ਹੋ ਰਹੇ, ਸਰਕਾਰੀ ਫੰਕਸ਼ਨ ਹੋ ਰਹੇ, ਚੈੱਕ ਵੰਡ ਰਿਹਾ, ਕੋਈ ਗ੍ਰਾਂਟਾਂ ਦੇ ਰਿਹਾ, ਕੋਈ ਹੋਰ ਸੋਸ਼ਲ ਵੈਲਫੇਅਰ ਸਕੀਮਾਂ ਦੇ ਰਾਹੀਂ ਚੱਲ ਰਹੀ ਹੈ। ਉਹਨਾਂ ਦੀ ਸਾਰਾ ਦਿਨ ਐਡਵਰਟਾਈਜ਼ਮੈਂਟ ਟੈਲੀਵਿਜ਼ਨ 'ਤੇ ਚੱਲਦੀ ਹੈ, ਸਾਰਾ ਦਿਨ ਐਡਵਰਟਾਈਜ਼ਮੈਂਟ ਅਖਬਾਰਾਂ 'ਚ ਛਪਦੀ ਹੈ ਤੇ ਆਪੋਜੀਸ਼ਨ ਕੋਲ ਦੇ ਹੱਥ ਜੋੜ ਕੇ ਪਿੰਡਾਂ 'ਚ ਜਾਣ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਹੀਂ ਹੁੰਦਾ। ਤੇ ਇਸ ਕਰਕੇ ਇਹਦਾ ਐਡਵਾਂਟੇਜ ਜਿਹੜਾ ਹੈਗਾ ਉਹ ਕਾਂਗਰਸ ਨੂੰ ਹੋਏਗਾ, ਇਹਦਾ ਐਡਵਾਂਟੇਜ ਕੇਜਰੀਵਾਲ ਨੂੰ ਹੋਏਗਾ, ਇਹਦਾ ਐਡਵਾਂਟੇਜ BJP ਨੂੰ ਹੋਏਗਾ। ਸਾਨੂੰ ਤੁਸੀਂ ਜਿਹੜਾ ਉਸ ਡਿਸਐਡਵਾਂਟੇਜ ਦੇ ਵਿੱਚ ਜਿਹੜਾ ਉਹ ਨਾ ਪਾਓ। ਇਸ ਕਰਕੇ ਅਸੀਂ ਬੜੇ ਤਰਕ ਦੇ ਨਾਲ ਸਾਰਾ ਪੱਖ ਆਪਣਾ ਰੱਖ ਕੇ ਆਏ ਸੀ ਔਰ ਸਾਨੂੰ ਉਮੀਦ ਸੀ ਕਿ ਉਹ ਗੱਲ ਸਾਡੀ ਸਮਝਦੇ, ਪਰ ਉਹਨਾਂ ਨੇ ਆਪਣਾ ਜਿਹੜਾ ਪ੍ਰੀ ਡਿਟਰਮਿਨਡ ਫੈਸਲਾ ਸੀ ਉਹ ਅਨਾਉਂਸ ਕਰ ਦਿੱਤਾ ਜਿਹੜਾ ਵਾਜਬ ਨਹੀਂ ਸੀ। ਜੇ ਕਿਸਾਨੀ ਦਾ ਮੁੱਦਾ, ਤੁਸੀਂ ਲਾਸਟ ਦੇ ਵਿੱਚ ਇੱਕ ਸਵਾਲ ਤੁਹਾਨੂੰ ਹੈ, ਕਿਸਾਨੀ ਦਾ ਮੁੱਦਾ ਕਿੰਨਾ ਅਹਿਮ ਰਹਿਣ ਵਾਲਾ ਹੈ ਔਰ ਕਿੰਨਾ ਜ਼ੋਰ ਸ਼ੋਰ ਨਾਲ ਤੁਸੀਂ ਚੁੱਕੋ ਇੱਕ ਬਰੀਫ 'ਚ ਸਾਨੂੰ? ਨਹੀਂ ਦੇਖੋ, ਕਿਸਾਨੀ ਦਾ ਬਹੁਤ ਇੰਪੋਰਟੈਂਟ ਮੁੱਦਾ ਹੈ, ਅੰਦੋਲਨ ਚੱਲ ਰਿਹਾ ਕਿਸਾਨਾਂ ਦਾ। ਨਹੀਂ ਨੈਚੁਰਲੀ ਇਹ ਮੁੱਦੇ ਜਿਹੜੇ ਆ ਹੁਣ ਵੀ ਜਦੋਂ ਅਸੀਂ ਲੋਕਾਂ 'ਚ ਜਾਂਦੇ ਹਾਂ ਤਾਂ ਅਸੀਂ ਅੰਦੋਲਨ ਦੇ ਜਿਹੜੇ ਮੁੱਦੇ ਨੇ, ਜਿਹੜੇ 3 ਐਕਟ ਰੱਦ ਕਰਨ ਵਾਲੇ, ਜਿਹੜੀ MSP ਦੀ ਗਰੰਟੀ ਵਾਲੇ, ਜਿਹੜੀ ਇਨਸ਼ੋਰਡ ਪ੍ਰੋਕਿਉਰਮੈਂਟ ਵਾਲੇ, ਇਹ ਹੁਣ ਵੀ ਅਸੀਂ ਜਾ ਕੇ ਲੋਕਾਂ ਦੇ ਵਿੱਚ ਰੱਖਦੇ ਹਾਂ। ਔਰ ਜਿਹੜਾ ਅਸੀਂ ਹੁਣ ਪ੍ਰੋਗਰਾਮ 1 ਸਾਲ ਕਾਲੇ ਕਾਨੂੰਨ ਬਣਨ ਵਾਲੇ ਦਿਨ 17 ਸਤੰਬਰ ਨੂੰ ਦਿੱਲੀ ਉਲੀਕਿਆ, ਉਹ ਪਿਓਰਲੀ ਇਹਨਾਂ ਇਸ਼ੂ ਦੇ ਉੱਤੇ ਹੈ ਜਿਹਨੂੰ ਅਸੀਂ ਬਲੈਕ ਡੇ ਦੇ ਤੌਰ 'ਤੇ ਬਣਾ ਰਹੇ ਹਾਂ।
ਤੇ ਸਾਰੀ ਪਾਰਟੀ ਦੀ ਲੀਡਰਸ਼ਿਪ, ਸਾਰੇ ਵਰਕਰ ਦਿੱਲੀ ਜਾ ਰਹੇ ਆ ਪ੍ਰੋਟੈਸਟ ਕਰਨ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਜਿਹੜਾ ਹੈਗਾ ਪਾਰਲੀਮੈਂਟ ਤੱਕ। ਇਹਦਾ ਹੁਣ ਵੀ ਉਹੀ ਮੁੱਦਾ। ਇਸ ਕਰਕੇ ਕਿਸਾਨੀ ਤਾਂ, ਕਿਉਂਕਿ ਪੰਜਾਬ ਦੇ ਵਿੱਚੋਂ ਕਿਸਾਨੀ ਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ, ਕਿਉਂਕਿ ਕਿਸਾਨੀ ਤਾਂ ਪੰਜਾਬ ਦੇ ਹੱਡ ਚ ਰਚੀ ਹੋਈ ਹੈ। ਇਸ ਕਰਕੇ ਕਿਸਾਨੀ ਦਾ ਮੁੱਦਾ ਰਹੇਗਾ, ਲੇਕਿਨ ਆ ਜਿਹੜੇ ਲੋਕੀ ਸਾਜ਼ਿਸ਼ਾਂ ਰਚਦੇ ਆ, ਇਹਨਾਂ ਵੀ ਹੁਣ ਇਹ ਵੀ ਹੁਣ ਜਿਹੜੇ ਆ ਐਕਸਪੋਜ਼ ਹੋਣ। ਤੇ ਐਸਨ ਡਾਕਟਰ ਦਲਜੀਤ ਸਿੰਘ ਚੀਮਾ ਜੋ ਦੱਸ ਰਹੇ ਸੀ ਸਾਨੂੰ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਦੇ ਮੁੱਦੇ ਦੇ ਉੱਤੇ ਕਿਸ ਤਰ੍ਹਾਂ ਦੀ ਚੋਣ ਸਟ੍ਰੈਟਜੀ ਬਣਾਉਣ ਜਾ ਰਹੇ ਨੇ, ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਦੇ ਵਿੱਚ ਇੱਕ ਮਾਰਚ ਕੀਤਾ ਜਾਏਗਾ ਇਹਨਾਂ ਕ੍ਰਿਸ਼ੀ ਕਾਨੂੰਨਾਂ ਦੇ ਖਿਲਾਫ। ਕੈਮਰਾ ਪਰਸਨ ਅਮਰ ਸਿੰਘ ਦੇ ਨਾਲ ਨਵੀਨ ਸ਼ਰਮਾ, MH1 ਪ੍ਰਾਈਮ, ਚੰਡੀਗੜ੍ਹ।